मैं किस लिए यहाँ पर पहुँचे हैं? ये ज़्यादातर हिंदी वाला या एक पंजाबी। हिंदी जी तो बोलो, कोई बात नहीं, जो परवाह नहीं करनी जी। ਸਭ ਤੋਂ ਪਹਿਲਾਂ ਤਾਂ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਹੜਾ ਸ਼ਾਰਟ ਨੋਟਿਸ ਤੇ ਤੁਸੀਂ ਇੱਥੇ ਆਏ ਆ, ਸਾਰਿਆਂ ਨੂੰ ਜੀ ਆਇਆਂ। ਅੱਜ ਆਪਾਂ ਡੇਰਾ ਕਾਰ ਸੇਵਾ ਕਲੰਦੀ ਗੇਟ ਕਰਨਾਲ, ਜਿੱਥੇ ਕਾਰ ਸੇਵਾ ਦੇ ਥੰਮ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਵਾਲੇ, ਉਹਨਾਂ ਦੇ ਕੋਲ ਇੱਥੇ ਪਹੁੰਚੇ ਆ। ਪਿਛਲੇ ਦਿਨਾਂ ਇੱਥੇ ਜਿਹੜੀਆਂ ਘਟਨਾਵਾਂ ਵਾਪਰੀਆਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਲੈ ਕੇ, ਬਹੁਤ ਮੰਦਭਾਗੀ ਘਟਨਾ ਸੀਗੀ। ਜੋ ਪਤਾ ਲੱਗਿਆ ਕਿ ਕਿਸੇ ਡੇਰੇਦਾਰ ਦੇ ਵੱਲੋਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜੋ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਸਾਡੀਆਂ ਸਿੱਖ ਸੰਗਤਾਂ ਨੇ ਸੰਗਿਆਨ ਲਿਆ ਉਸ ਗੱਲ ਦਾ, ਤਾਂ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸਰਦਾਰ ਗੁਲਾਬ ਸਿੰਘ ਮੂਨਕ, ਉਹਨਾਂ ਨੇ ਸਾਥੀਆਂ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਸ਼, ਇਹਨਾਂ ਨੇ ਉਪਰਾਲਾ ਕਰਕੇ ਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ ਜਿਹੜੇ ਸੀ ਉਹ ਪਹੁੰਚਦੇ ਕੀਤੇ ਆ। ਔਰ ਪਤਾ ਲੱਗਿਆ ਕਿ ਉਹਨਾਂ ਪਾਵਨ ਸਰੂਪਾਂ ਦੇ ਨਾਲ ਬੜੀ ਛੇੜਛਾੜ ਹੋਈ ਹੈ, ਜਿਹਦੀ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ FIR ਵੀ ਲਾਂਚ ਕੀਤੀ ਗਈ ਹੈ। ਔਰ ਦੋਸ਼ੀ ਜੋ ਹੈ ਉਹਦੀ ਗ੍ਰਿਫਤਾਰੀ ਦੇ ਵਾਸਤੇ 18 ਤਰੀਕ ਤੱਕ ਦਾ ਸਮਾਂ ਜਿਹੜਾ ਉਹ ਵੀ ਪ੍ਰਸ਼ਾਸਨ ਨੇ ਦਿੱਤਾ ਹੋਇਆ ਕਿ 18 ਤਰੀਕ ਤੋਂ ਪਹਿਲਾਂ ਅਸੀਂ ਉਸ ਨੂੰ ਗ੍ਰਿਫਤਾਰ ਕਰ ਲਵਾਂਗੇ। ਸੋ ਸਿੱਖ ਸੰਗਤਾਂ ਦੇ ਵੱਲੋਂ ਵੀ ਇਸ ਗੱਲ ਦੀ ਮੰਗ ਹੈ ਕਿ ਉਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ, ਤਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਨਾ ਕਰੇ। ਸੋ ਇਸ ਦੇ ਨਾਲ ਹੀ ਮੈਂ ਬੇਨਤੀ ਕਰਨੀ ਚਾਹੂੰਗਾ ਕਿ ਬਹੁਤ ਸਾਰੀਆਂ ਸੰਗਤਾਂ ਦੀ ਮੰਗ ਜਿਹੜੀ ਆ ਸਤਿਗੁਰਾਂ ਦੇ ਪਾਵਨ ਸਰੂਪਾਂ ਨੂੰ ਲੈ ਕੇ, ਕਿ ਕਈ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਬਿਰਧ ਸਰੂਪ ਨੇ, ਜਿਨ੍ਹਾਂ ਨੂੰ ਨਵੇਂ ਸਰੂਪ ਪ੍ਰਾਪਤ ਨਾ ਹੋਣ ਕਾਰਨ ਬਿਰਧ ਸਰੂਪਾਂ ਨੂੰ ਹੀ ਜਿਹੜਾ ਹੈਗਾ ਰੋਜ਼ਾਨਾ ਜਿਹੜੀ ਆ ਸੇਵਾ ਲੈ ਰਹੇ ਆ। ਅਤੇ ਉਹਨਾਂ ਦੀ ਮੰਗ ਇਹ ਆ ਕਿ ਉਹਨਾਂ ਨੂੰ ਜਿਹੜੇ ਆ ਪਾਵਨ ਸਰੂਪ ਜਿਹੜੇ ਆ ਉਹ ਦਿੱਤੇ ਜਾਣ ਅਤੇ ਬਿਰਧ ਸਰੂਪ ਜਿਹੜੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾਵੇ। ਪਰ ਪਿਛਲੇ ਸਮੇਂ 'ਚ ਦੇਖਣ ਵਿੱਚ ਆਇਆ ਕਿ ਇਸ ਗੱਲ ਦੇ ਪੱਖੋਂ ਸਾਡੀ ਹਰਿਆਣਾ ਕਮੇਟੀ ਵੀ ਵਿਛੜੀ ਰਹੀ ਆ। ਜਿਵੇਂ ਗੁਰਦੁਆਰਾ ਮੰਜੀ ਸਾਹਿਬ ਜੀਂਦ ਵਿਖੇ ਉਸ ਇਲਾਕੇ ਦੇ ਮੈਂਬਰ ਸਾਡੇ ਸਰਦਾਰ ਸੁਦਰਸ਼ਨ ਸਿੰਘ ਆਵੜੀ ਭਵਾਨੀ ਤੋਂ, ਸਰਦਾਰ ਭਜਨ ਸਿੰਘ ਰਠੌਰ ਰੋਹਤਕ ਤੋਂ, ਬੀਬੀ ਪਰਵਿੰਦਰ ਕੌਰ ਜਥੇਦਾਰ ਗੁਰਜਿੰਦਰ ਸਿੰਘ ਜੀਂਦ ਤੋਂ, ਉਸ ਇਲਾਕੇ 'ਚ ਵੀ ਸੰਗਤਾਂ ਦੇ ਪਾਵਨ ਸਰੂਪਾਂ ਦੀ ਮੰਗ ਸੀ। ਹੁਣ ਭਾਈ ਮਲਕੀਤ ਸਿੰਘ ਪਾਣੀਪਤ ਤੋਂ, ਪਰ ਉਹ ਪਾਵਨ ਸਰੂਪ ਜਿਹੜੇ ਉਹ ਦਿੱਤੇ ਨਹੀਂ ਜਾ ਰਹੇ। ਸੋ ਮੈਂ ਕਹਿਣਾ ਚਾਹੁੰਦਾ ਕਿ ਪਹਿਲ ਦੇ ਆਧਾਰ ਦੇ ਉੱਤੇ, ਕਿਉਂਕਿ ਹੁਣ ਪਾਵਨ ਸਰੂਪ ਜਿਹੜੇ ਆ ਉਹ ਸਾਡੇ ਹੈੱਡਕੁਆਟਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪੁੱਜ ਚੁੱਕੇ ਆ। ਅਤੇ ਜਿੱਥੇ ਜਿੱਥੇ ਵੀ ਪਾਵਨ ਸਰੂਪਾਂ ਦੀ ਲੋੜ ਆ, ਉੱਥੇ ਪੂਰਾ ਤਹਿਕੀਕਾਤ ਕਰਕੇ ਅਤੇ ਇਲਾਕੇ ਦੇ ਜਿਹੜੇ ਹਲਕਾ ਮੈਂਬਰ ਸਾਹਿਬਾਨ, ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਪਾਵਨ ਸਰੂਪ ਜਿਹੜੇ ਆ ਉਹ ਦਿੱਤੇ ਜਾਣਗੇ। ਕੋਈ ਵੀ ਪਾਵਨ ਸਰੂਪ ਮੈਂ ਸਮਝਦਾ ਕਿ ਜਿਹੜੇ ਹਲਕਾ ਮੈਂਬਰ ਆ, ਉਹਨਾਂ ਦੇ ਰਿਕਮੈਂਡ ਕੀਤੇ ਬਿਨਾਂ ਜਿਹੜਾ ਪਾਵਨ ਸਰੂਪ ਨਾ ਦਿੱਤਾ ਜਾਵੇ, ਤਾਂ ਕਿ ਜਿਸ ਤਰ੍ਹਾਂ ਇਸ ਡੇਰੇ ਦੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਕੋਲ ਪਾਵਨ ਸਰੂਪ ਸੀ ਔਰ ਕਿਸ ਤਰੀਕੇ ਦੇ ਨਾਲ ਉਹ ਪਾਵਨ ਸਰੂਪ, ਕਈਆਂ ਨੂੰ ਤਾਂ ਮਿਤ ਮਰਿਆਦਾ ਦਾ ਪਤਾ ਹੀ ਨਹੀਂ ਹੁੰਦਾ, ਗੁਰਮਰਿਆਦਾ ਦਾ। ਪਹਿਲਾਂ ਉਹਨਾਂ ਨੂੰ ਗੁਰਮਰਿਆਦਾ ਸਿਖਾਈ ਜਾਵੇ, ਗੁਰਮਰਿਆਦਾ ਦਾ ਪਤਾ ਨਹੀਂ ਹੁੰਦਾ। ਕਈ ਜਾਣਬੁੱਝ ਕੇ ਵੀ ਜਿਹੜਾ ਵਿਸਲਾਪਣ ਕਰਦੇ ਆ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਜੁਗੋ ਜੁਗ ਅਟੱਲ ਗੁਰੂ ਦੇ ਰੂਪ ਵਿੱਚ, ਗੁਰੂ ਮਾਨਿਓ ਗ੍ਰੰਥ ਦੇ ਰੂਪ ਵਿੱਚ ਨਹੀਂ ਜਾਣਦੇ। ਸੋ ਇਸ ਕਾਰਨ ਕਰਕੇ ਉਹ ਜਿਹੜਾ ਪੂਰਾ ਅਦਬ ਅਤੇ ਸਤਿਕਾਰ ਆ ਗੁਰੂ ਸਾਹਿਬ ਦਾ ਉਹ ਨਹੀਂ ਰੱਖਦੇ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਵੀ ਸੰਗਤਾਂ ਦੀ ਮੰਗ ਆ, ਉਹ ਹਲਕਾ ਮੈਂਬਰ ਸਾਹਿਬਾਨਾਂ ਨਾਲ ਸੰਪਰਕ ਕਰਨ ਅਤੇ ਹਲਕਾ ਮੈਂਬਰ ਸਾਹਿਬਾਨ ਪੂਰੀ ਤਹਿਕੀਕਾਤ ਕਰਕੇ ਉਹਨਾਂ ਨੂੰ ਜਿਹੜੇ ਪਾਵਨ ਸਰੂਪ ਆ ਦਿੱਤੇ ਜਾਣ। ਅਤੇ ਜੋ ਇੱਥੇ ਸਿੱਖ ਸੰਗਤਾਂ ਪਿਛਲੇ ਦਿਨੀ ਇਕੱਤਰ ਵੀ ਹੋਈਆਂ ਡੇਰਾ ਕਾਰ ਸੇਵਾ ਕਰਨਾਲ ਵਿਖੇ, ਸਰਦਾਰ ਗੁਲਾਬ ਸਿੰਘ ਮੂਨਕ ਹੋਰ ਉਹਨਾਂ ਦੇ ਸਾਥੀ, ਸੋ ਇੱਥੇ ਜਿਹੜਾ ਜੋ ਇਹਨਾਂ ਨੇ ਮੰਗ ਰੱਖੀ ਆ, ਉਹ ਪੂਰੀ ਪੰਥ ਦੀ, ਪੂਰੀ ਕੌਮ ਦੀ ਮੰਗ ਆ, ਅਤੇ ਉਹਨੂੰ ਹਰਿਆਣਾ ਸਰਕਾਰ, ਹਰਿਆਣਾ ਪੁਲਿਸ ਪ੍ਰਸ਼ਾਸਨ ਧਿਆਨ ਵਿੱਚ ਲਿਆਵੇ। ਅਤੇ ਇਸ ਕਰਕੇ ਜੋ ਵੀ ਦੋਸ਼ੀ ਆ, ਕਿਸੇ ਬੇਗੁਨਾਹ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਗੁਨਾਹਗਾਰ ਬਖਸ਼ਿਆ ਨਾ ਜਾਵੇ। ਜੋ ਵੀ ਗੁਨਾਹਗਾਰ ਹੈ ਉਹਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰਕੇ ਉਹਦੀ ਪੁੱਛਤਾਛ ਕੀਤੀ ਜਾਵੇ ਬਰੀਕੀ ਦੇ ਨਾਲ। ਇਸ ਵਾਸਤੇ ਅੱਜ ਅਸੀਂ ਸਾਰੇ ਬਾਬਾ ਸੁੱਖਾ ਸਿੰਘ ਜੀ ਔਰ ਸਾਡੇ ਸਰਦਾਰ ਗੁਰਵਿੰਦਰ ਸਿੰਘ ਭੁਈਆ ਔਰ ਇਸੇ ਤਰ੍ਹਾਂ ਸਰਦਾਰ ਗੁਲਾਬ ਸਿੰਘ ਮੂਨਕ, ਸਰਦਾਰ ਕਮਲਜੀਤ ਸਿੰਘ ਦਰਾਣਾ ਔਰ ਇਸੇ ਤਰ੍ਹਾਂ ਸਾਡੇ ਸਰਦਾਰ ਇੰਦਰਪਾਲ ਸਿੰਘ ਜੀ ਕਰਨਾਲ ਤੋਂ, ਸਰਦਾਰ ਬੇਦੀ ਸਾਹਿਬ, ਸਰਦਾਰ ਗਿੱਲ ਸਾਹਿਬ ਔਰ ਸਿੰਘੜੇ ਤੋਂ ਨੌਜਵਾਨ, ਇਹ ਸਾਰੇ ਅੱਜ ਅਸੀਂ ਇਸ ਪ੍ਰੈਸ ਦੇ ਰਾਹੀਂ, ਮੀਡੀਆ ਦੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ, ਪੁਲਿਸ ਪ੍ਰਸ਼ਾਸਨ ਨੂੰ, ਕਿ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਜਿੱਥੇ ਜਿੱਥੇ ਪਾਵਨ ਸਰੂਪ ਨੇ ਉਹਨਾਂ ਦੀ ਸੇਵਾ ਸੰਭਾਲ ਹੋਵੇ। ਗੁਰਦੁਆਰਿਆਂ ਤੋਂ ਬਿਨਾਂ ਜਿਹੜੇ ਘਰਾਂ 'ਚ ਜਾਂ ਡੇਰਿਆਂ 'ਚ, ਉੱਥੇ ਸੇਵਾ ਸੰਭਾਲ ਗੁਰਮਰਿਆਦਾ ਅਨੁਸਾਰ ਹੋਵੇ। ਔਰ ਜੇ ਕਿਤੇ ਵੀ ਨਵੇਂ ਸਰੂਪਾਂ ਦੀ ਲੋੜ ਆ, ਜਿੱਥੇ ਬਿਰਧ ਸਰੂਪ ਸੇਵਾ ਸੰਭਾਲ ਲਈ ਲਿਜਾਣੇ ਆ,
ਤਾਂ ਉਸ ਜਗ੍ਹਾ ਤੇ ਹਲਕਾ ਮੈਂਬਰ ਦੀ ਰਿਕਮੈਂडेशन ਦੇ ਉੱਤੇ ही पावन स्वरूप ਜਿਹੜੇ ਆ ਉਹ ਦਿੱਤੇ ਜਾਣ। तो उदासीन आश्रम के जो अशोक हैं जिनके खिलाफ मामला दर्ज हुआ है, 5 लोगों के खिलाफ मामला दर्ज किया है बेअदबी का, तो उनके पास वो स्वरूप आए कहाँ थे यहाँ पर बरामद किए गए थे पुलिस द्वारा? ਬਹੁਤ ਸਾਰੇ ਸਰੂਪ ਨੇ ਜਿਹੜੇ ਕਿ ਪਹਿਲਾਂ ਬਹੁਤੀ ਤਹਿਕੀਕਾਤ ਨਹੀਂ ਸੀ ਹੁੰਦੀ। ਜਦੋਂ ਦਾ ਬੇਅਦਬੀਆਂ ਦਾ ਦੌਰ ਚੱਲਿਆ ਉਸ ਵੇਲੇ ਤੋਂ ਪਾਵਨ ਸਰੂਪਾਂ ਦੀ ਜਿਹੜਾ ਹੈਗਾ ਉਹ ਦੇਖਭਾਲ ਕਰਨੀ ਸ਼ੁਰੂ ਹੋਈ ਹੈ। ਪਹਿਲਾਂ ਤਾਂ ਕੋਈ ਵੀ ਸਰੂਪ ਜਿਹੜਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਆਉਂਦਾ ਸੀਗਾ, ਪਰ ਹੁਣ ਪਿਛਲੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਏ ਆ ਉਹਦੇ ਅਨੁਸਾਰ ਪੂਰੀ ਤਹਿਕੀਕਾਤ ਕਰਕੇ ਪਾਵਨ ਸਰੂਪ ਜਿਹੜੇ ਆ ਉਹ ਦਿੱਤੇ ਜਾਂਦੇ ਆ। ਤਾਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਪਤਾ ਲੱਗਿਆ ਜੋ ਸੰਗਤਾਂ ਦੇ ਕੋਲੋਂ ਕਿ 50-60 ਸਾਲ ਪਹਿਲਾਂ ਤੋਂ उस डेरे दे विच उन्हां दे पिओ दादे तो जिहड़े पावन स्वरूप सी उन्हां दे तो कोई ऐसी मुहिम चलाई जाए जो पुराने स्वरूप हैं उनको बदला जाए, या उनको एक्सेप्ट, उनको एकत्रित किया जाए। पुराने होने के बाद जो साडे स्वरूप उन्हां नूं पुराने नहीं कहा जांदा, जी बिरध स्वरूप बिरध स्वरूप जिहड़े आ ਉਹਨਾਂ ਨੂੰ ਜਿੱਥੇ ਜਿੱਥੇ ਵੀ ਹੈ ਨੇ ਉਹ ਹਲਕਾ ਮੈਂਬਰ ਸਾਹਿਬਾਨਾਂ ਦੇ ਨਾਲ ਸੰਪਰਕ ਕਰਨ ਤੇ ਬਿਰਧ ਸਰੂਪ ਜਿਹੜੇ ਆ ਉਹ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਗੁਰਦੁਆਰਾ ਸਾਹਿਬਾਨ ਨੇ ਉੱਥੇ ਸੇਵਾ ਸੰਭਾਲ ਲਈ ਪਹੁੰਚਦੇ ਕੀਤੇ ਜਾਣ ਤਾਂ ਕਿ ਉੱਥੋਂ ਅੱਗੇ ਸ੍ਰੀ ਗੋਇੰਦਵਾਲ ਸਾਹਿਬ ਜਾਂ ਜਿਸ ਤਰ੍ਹਾਂ ਕਿ ਬਹੁਤ ਸਾਰੇ ਦੁਰਲੱਭ ਸਰੂਪ ਆ ਘਰਾਂ ਦੇ ਵਿੱਚ 100-100 200 ਸਾਲ ਜਿਹੜੇ ਪਹਿਲਾਂ ਤੋਂ ਸਰੂਪ ਜਿਹੜੇ ਆ ਕਈ ਪੱਥਰ ਦੇ ਛਾਪੇ ਵਾਲੇ ਸਰੂਪ ਆ। ਸੋ ਉਹਨਾਂ ਬਿਰਧ ਸਰੂਪਾਂ ਨੂੰ ਜਿਹੜੇ ਸਾਡਾ ਇਤਿਹਾਸਕ ਧਰੋਹਰ ਆ ਜੋ ਸਾਡੀ ਇਤਿਹਾਸਕ ਵਿਰਾਸਤ ਆ ਉਹਨੂੰ ਸੰਭਾਲਿਆ ਜਾਵੇ ਤੇ ਦੂਸਰੇ ਸਰੂਪ ਜਿਹੜੇ ਹੈਗੇ ਆ ਉਹ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਏ ਜਾਂਦੇ ਆ। ਸੋ ਇਸ ਕਾਰਨ ਕਰਕੇ ਮੈਂ ਬੇਨਤੀ ਕਰੂੰਗਾ ਕਿ ਜਿੱਥੇ ਕਿਤੇ ਵੀ ਹੈ ਸਰੂਪ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਮੈਂਬਰ ਸਾਹਿਬਾਨਾਂ ਦੇ ਨਾਲ ਸੰਪਰਕ ਕਰਨ ਤਾਂ ਕਿ ਉਹ ਬਿਰਧ ਸਰੂਪ ਜਿਹੜੇ ਆ ਉਹ ਸੇਵਾ ਸੰਭਾਲ ਲਈ ਲਿਜਾਏ ਜਾ ਸਕਣ ਤੇ ਜਿੱਥੇ ਜਿੱਥੇ ਪਾਵਨ ਸਰੂਪਾਂ ਦੀ ਲੋੜ ਆ ਉੱਥੇ ਪੂਰੀ तहकीकात ਦੇ ਨਾਲ ਸਰੂਪ ਜਿਹੜੇ ਆ। बाबा जी, एक HSG पीसी का मामला सामने आ रहा है कि उसमें अब कब तक चुनाव होगा? हाँ, देखो साडी सब ਦੀ ਮੰਗ ਹੈ ਹਰਿਆਣਾ ਸਰਕਾਰ ਕੋਲੇ ਔਰ ਹਰਿਆਣਾ ਸਰਕਾਰ ਨੇ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਵੱਲੋਂ ਵੀ ਪਹਿਲਾਂ ਵਾਰਡਬੰਦੀ ਕਰਵਾ ਦਿੱਤੀ ਗਈ, ਚੋਣ ਕਮਿਸ਼ਨ ਵੀ ਜਸਟਿਸ HS ਭੱਲਾ ਨਿਯੁਕਤ ਕੀਤੇ ਗਏ ਔਰ ਵਾਰਡਬੰਦੀ ਤੋਂ ਬਾਅਦ ਹੁਣ ਵੋਟਾਂ ਵੀ ਜਿਹੜੀਆਂ ਬਣ ਰਹੀਆਂ ਨੇ ਸਾਰੇ ਹਰਿਆਣਾ ਦੇ ਵਿੱਚ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਕੋਸ਼ਿਸ਼ ਕਰਾਂਗੇ ਜੇਕਰ ਨਹੀਂ ਬਣਦੀਆਂ ਤਾਂ ਮਹੀਨਾ 20 ਦਿਨ ਹੋਰ ਜਿਹੜਾ ਸਮਾਂ ਉਹ ਵਧਾਇਆ ਜਾਵੇ। ਤਾਂ ਹਰਿਆਣਾ ਸਰਕਾਰ ਜਿਹੜੀ ਉਹ ਚਾਹੁੰਦੀ ਹੈ ਕਿ ਜਿਹੜੇ ਸੰਗਤਾਂ ਦੇ ਚੁਣੇ ਹੋਏ ਨੁਮਾਇੰਦੇ ਕਿਉਂਕਿ ਪਹਿਲਾਂ ਅਡਹੌਕ ਕਮੇਟੀ ਆ, ਨੋਮੀਨੇਟਡ ਕਮੇਟੀ ਆ ਤਾਂ ਇਹ 18 ਮਹੀਨਿਆਂ ਵਾਸਤੇ ਬਣਾਈ ਸੀ ਔਰ ਇਸ ਤੋਂ ਪਹਿਲਾਂ ਹੀ ਜੇਕਰ ਇਹ ਕਾਰਵਾਈ ਪੂਰੀ ਹੋ ਜਾਂਦੀ ਹੈ ਤਾਂ ਪਹਿਲਾਂ ਵੀ ਚੋਣ ਕਰਵਾਈ ਜਾ ਸਕਦੀ ਹੈ। ਤਾਂ ਵੋਟਾਂ ਜਿਹੜੀਆਂ ਨੇ ਸਾਰੀਆਂ ਬਣ ਜਾਣ। ਮੈਂ ਅਪੀਲ ਕਰੂੰਗਾ ਕਿ ਜਿਹੜੇ ਯੋਗਤਾ ਰੱਖਦੇ ਆ ਵੋਟ ਬਣਾਉਣ ਦੀ, ਜਿਹੜੇ ਪਤਤ ਨਹੀਂ ਆ ਜਾਂ ਜਿਹੜੇ ਨਸ਼ੇ ਦਾ ਸੇਵਨ ਨਹੀਂ ਕਰਦੇ ਉਹ ਆਪੋ ਆਪਣੀ ਵੋਟ ਬਣਾਉਣ ਮਾਈ ਭਾਈ और ताकि पता भी लगे कि हरियाणा ਦੇ ਵਿੱਚ ਕਿੰਨੀ स्ट्रेंथ है सिखा। वोट उन्हीं की बनेगी जो सिख हैं पूरी मर्यादा के साथ हैं, जो पूरी केस जिन्होंने कटवा रखे उनके नहीं। अगर सब ਕੰਪਲੀਕੇਸ਼ਨ ਹੈਗੀਆਂ ਫਾਰਮ ਵਿੱਚ ਕੰਪਲੀਕੇਸ਼ਨ ਈਜ਼ੀ ਹੋਣਾ ਚਾਹੀਦਾ, ਕਾਫੀ ਕੰਪਲੀਕੇਸ਼ਨਸ ਨੇ, ਕਾਫੀ ਔਖਾ ਫਾਰਮ ਭਰਨਾ, ਆਮ ਲੋਕ ਦੇ ਫਾਰਮ ਨਹੀਂ ਭਰ ਪਾ ਰਹੇ, ਮੁਸ਼ਕਲਾਂ ਆ ਰਹੀਆਂ ਨੇ। ਜਿਹੜੀਆਂ ਵੀ ਮੁਸ਼ਕਲਾਂ ਨੇ ਉਹ ਹਲਕਾ ਮੈਂਬਰ ਦੇ ਧਿਆਨ 'ਚ ਲਿਆਂਦੀਆਂ ਜਾਣ, ਹੈੱਡਕੁਆਟਰ ਪਹੁੰਚਾਈਆਂ ਜਾਣ ਤਾਂ ਕਿ ਪਹਿਲਾਂ ਵੀ ਜਿਹੜੀਆਂ ਮੁਸ਼ਕਲਾਂ ਆਈਆਂ ਉਹ ਅਸੀਂ HS ਭੱਲਾ ਸਾਹਿਬ ਦੇ ਧਿਆਨ ਵਿੱਚ ਲਿਆਂਦੀਆਂ ਨੇ। ਹੋਰ ਵੀ ਕੋਈ ਮੁਸ਼ਕਲਾਂ ਨੇ ਜਿਹੜੀਆਂ ਫਾਰਮ ਭਰਨ ਦੇ ਵਿੱਚ ਜਾਂ ਕੋਈ ਕਿਸੇ ਤਰ੍ਹਾਂ ਪਹਿਲਾਂ ਪੰਜਾਬੀ ਦੇ ਫਾਰਮਾਂ ਬਾਬਤ ਸੀ ਤਾਂ ਹੁਣ ਪੰਜਾਬੀ ਦੇ ਫਾਰਮ ਵੀ ਆ ਗਏ ਆ। ਪਹਿਲਾਂ ਅਫਸਰ ਲੈ ਨਹੀਂ ਸੀ ਰਹੇ ਪੰਜਾਬੀ ਭਾਸ਼ਾ ਦੂਜੇ ਭਾਸ਼ਾ ਹੋਣ ਦੇ ਬਾਵਜੂਦ ਵੀ, ਪਰ ਹੁਣ ਜਿਹੜੇ ਆ ਉਹ ਫਾਰਮ ਜਿਹੜੇ ਐਕਸੈਪਟ ਕੀਤੇ ਜਾ ਰਹੇ ਆ। ਸੋ ਸਾਰੇ ਪੰਜਾਬੀ ਦੇ ਵਿੱਚ ਭਰ ਕੇ ਆਪਣੇ ਫਾਰਮ ਦੇਣ ਔਰ ਜਿਹੜੀ ਕੋਈ ਫਿਰ ਵੀ ਮੁਸ਼ਕਲ ਆ ਉਹ ਸਾਡੇ ਧਿਆਨ 'ਚ ਲਿਆਂਦੀ ਜਾਵੇ ਤਾਂ ਜ਼ਰੂਰ ਅਸੀਂ ਸਰਕਾਰ ਆਮ ਲੋਕਾਂ ਨੂੰ ਇਹ ਪਤਾ ਭਾਗ ਨੰਬਰ ਕੀ ਹੈ, ਬੂਥ ਨੰਬਰ ਕੀ ਹੈ, ਹਲਕਾ ਕਰਨਾਲ ਦੇ ਦੋ लोगों को जानकारी नहीं है ਕਿਹੜੇ ਹਲਕੇ ਭਰਨਾ ਕਿਹੜੇ 'ਚ ਨਹੀਂ ਭਰਨਾ, ਇਹ ਮੁਸ਼ਕਲਾਂ ਆ ਰਹੀਆਂ। ਇਹ ਚੀਜ਼ ਗੁਰਦੁਆਰੇ ਫਾਰਮ ਉੱਥੇ ਵੀ ਕਿਸੇ ਮੈਂਬਰਾਂ ਨੇ ਪਤਾ ਕਿਵੇਂ ਭਰਨਾ ਹੈਗਾ। ਇਹ ਜਿਹੜੇ ਹਲਕਾ ਮੈਂਬਰ ਨੇ ਕਰਨਾਲ ਦੇ ਜਿਵੇਂ ਗੁਰਵਿੰਦਰ ਸਿੰਘ ਧਮੀਜਾ ਨੇ, ਗੁਲਾਬ ਸਿੰਘ ਮੂਨਕ ਨੇ, ਹੋਰ ਜਿਹੜੇ ਸਾਡੇ ਉਹਨਾਂ ਦੇ ਧਿਆਨ 'ਚ ਲਿਆਂਦੀਆਂ ਜਾਣ ਜਾਂ ਜਿਹੜੇ ਸਰਕਾਰੀ ਅਫਸਰ ਫਾਰਮ ਭਰ ਰਹੇ ਆ ਜਿਨ੍ਹਾਂ ਨੂੰ ਜਮ੍ਹਾਂ ਕਰਾਏ ਜਾਂਦੇ ਆ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਗੱਲ। ਉਹਨਾਂ ਨਾਲ ਗੱਲ ਹੋਈ ਸੀ, क्या हल्का मेंबर्स को ਫਾਰਮ ਆਇਆ 250 ਵਿੱਚੋਂ ਤਕਰੀਬਨ 200 ਫਾਰਮ ਦੀ ਗਲਤੀ ਭਰਿਆ ਲੋਕਾਂ ਨੇ, ਉਹ ਕੈਂਸਲ ਹੋ ਜਾਣਗੇ। ਕਿ 50 ਫਾਰਮ ਜਿਹੜੇ ਨੇ ਸਹੀ ਸੁੱਧ ਨੇ ਕੋਈ ਅਗਰ ਗਾਈਡਾਂਸ ਛਾਂਟ ਕਰਾਂਗੇ ਉਹ ਕੁਝ ਗਲਤਾਂ ਹੋਰ ਨਿਕਲਣਗੀਆਂ। ਜਿਹੜੀਆਂ ਰੁਕਾਵਟਾਂ ਜਾਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਜਾਊਗਾ ਔਰ ਸਮਾਂ ਵਧਾਉਣ ਦਾ ਵੀ ਯਤਨ ਕਰਾਵਾਂਗੇ ਸਰਕਾਰ ਦੇ। ਜੇਕਰ ਸਰ ਤੁਹਾਡੇ ਸਾਹਮਣੇ ਕੋਈ ਆਈ ਹੈ ਕਮੀਆਂ ਦੇ ਵਿੱਚ ਫਾਰਮ ਤੁਸੀਂ ਸਮਝਦੇ ਕੋਈ ਕਮੀਆਂ ਜਾਂ ਕੰਪਲੀਕੇਸ਼ਨ ਹੈਗੀਆਂ ਨੇ ਫਾਰਮ ਵਿੱਚ? ਪਹਿਲਾਂ ਸੀਗੀ ਸਾਡੇ ਕੋਲੇ ਜਿਹਦਾ ਹਿੰਦੀ ਪੰਜਾਬੀ ਦਾ ਹੀ ਸੀ ਮੇਨ, ਸਾਡੇ ਪਿੰਡ ਵੀ ਭਰੇ ਜਾ ਰਹੇ। ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਕੋਈ, ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ। अभी जो स्कूल का मामला आया यहाँ पे गुरु नानक खालसा स्कूल है शेखपुरा वाला, जहाँ एक जनरल सेक्रेटरी पूर्व पे आरोप लगाया उसका यौन शोषण का है, वहाँ की चपरासी की वाइफ ने। तो
इस तरह का जो मामले आ रहे हैं मतलब दुर्भाग्यपूर्ण मामले हैं। ਬਹੁਤ ਮੰਦਭਾਗੀ ਗੱਲ ਆ। ਉਹਦੇ ਬਾਰੇ ਬਾਬਾ ਸੁੱਖਾ ਸਿੰਘ ਜੀ ਤੋਂ, ਸਰਦਾਰ ਕਰਨੈਲ ਆਪਣਿੰਦਰਪਾਲ ਸਿੰਘ ਜੀ, 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 ਇਹਨਾਂ ਤੋਂ ਹਾਂ। ਅਸੀਂ ਪੂਰੀ ਜਾਣਕਾਰੀ ਲਵਾਂਗੇ। जी जी ਜੋ ਵੀ ਉਹਦੇ ਵਿੱਚ ਹੋਇਆ, ਜਿਸ ਤਰੀਕੇ ਦੇ ਨਾਲ ਵੀ ਸੱਚ ਝੂਠ ਸਾਰਾ ਉਹ ਸਾਹਮਣੇ ਲਿਆਂਦਾ ਜਾਊਗਾ ਔਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਪੂਰੇ ਯਤਨ ਜਿਹੜੇ ਆ ਉਹ ਕੀਤੇ ਜਾਣਗੇ। दूसरा जो दुर्भाग्यपूर्ण मसला हुआ जो एडॉक कमेटी में चेयरमैन पर आरोप लगे, जो उसके अध्यक्ष थे एडॉक कमेटी के बाबा करमजीत जी, और जो जिस तरह से यमुनानगर कार्यालय को ले जाने का सिलसिला शुरू हुआ, जो हालांकि रोक लगी बाद में, तो उस तरह की चीज़ दुर्भाग्यपूर्ण। सरकार को इस तरह के व्यक्ति को अध्यक्ष बनाना चाहिए था, जो मतलब एक ਦੇਖੋ, ਜਦੋਂ ਮਹੰਤ ਕਰਮਜੀਤ ਸਿੰਘ ਨੂੰ ਅਧਿਕਸ਼ ਬਣਾਇਆ ਗਿਆ ਸੀ, ਮੈਂ ਉਸੇ ਵੇਲੇ ਵਿਰੋਧ ਕੀਤਾ ਸੀ। ਉਹ ਵਿਰੋਧ ਕਰਕੇ ਉਹ ਸਭਾ ਦਾ ਵਾਕਆਊਟ ਕਰਕੇ ਮੈਂ ਬਾਹਰ ਆ ਗਿਆ ਸੀਗਾ ਔਰ ਉਸ ਦਿਨ ਤੋਂ ਸਾਡਾ ਵਿਰੋਧ ਲਗਾਤਾਰ ਜਾਰੀ ਸੀਗਾ। जी 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 ਮਹੰਤ ਕਰਮਜੀਤ ਸਿੰਘ ਆਪਣੀ ਕ੍ਰੈਡੀਬਿਲਿਟੀ ਵੀ ਨਹੀਂ ਦਿਖਾ ਸਕਿਆ, ਇਸ ਕਾਰਨ ਕਰਕੇ ਉਹ ਮਹੰਤਾਂ ਦਾ ਡੇਰਾ ਹੀ ਬਣਾਉਣਾ ਚਾਹੁੰਦਾ ਸੀ ਕਮੇਟੀ ਨੂੰ। ਪਰ ਅੱਜ ਮੈਂ ਸਮਝਦਾ ਕਿ ਉਹਦੀ ਗੱਲ ਕਰਨੀ ਹੁਣ ਕੋਈ ਉਹ ਜਾ ਚੁੱਕਾ ਵਾ, ਅਸਤੀਫਾ ਹੋ ਚੁੱਕਾ ਉਸਦਾ। ਤਾਂ ਜਿਸ ਤਰੀਕੇ ਪਰ ਉਹਨੇ ਜਿਹੜੀਆਂ ਗਲਤ ਜਿਹੜੀਆਂ ਪੈੜਾਂ ਪਾਈਆਂ ਨੇ, ਉਹ ਮੈਂ ਇਹੀ ਵਾਹਿਗੁਰੂ ਅੱਗੇ ਅਰਦਾਸ ਕਰੂੰਗੀ ਆਉਣ ਵਾਲੇ ਜਿਹੜੇ ਕੋਈ ਪ੍ਰਧਾਨ ਹੈ ਜਿਸ ਤਰ੍ਹਾਂ, ਉਹ ਉਹਨਾਂ ਪੈੜਾਂ ਤੇ ਨਾ ਚੱਲਣ। ਇਹ ਕਮੇਟੀ ਨੂੰ ਕਮੇਟੀ ਤਰ੍ਹਾਂ ਚਲਾਇਆ ਜਾਵੇ, ਕੋਈ ਮਹੰਤਾਂ ਦਾ ਡੇਰਾ ਨਹੀਂ। ਹੁਣ ਨਵੀਂ ਜ਼ਿੰਮੇਵਾਰੀ ਨਵੇਂ ਮੈਂਬਰਾਂ ਨੂੰ ਸੌਂਪੀ ਗਈ ਹੈ, ਉਹ ਵਧੀਆ ਤਰੀਕੇ ਦੇ ਨਾਲ ਚਲਾਉਣ, ਸਾਡੀਆਂ ਸੋਭ ਇਛਾਵਾਂ ਨੇ। ਪਰ ਉਹ ਜਿਸ ਤਰੀਕੇ ਨਾਲ ਮਹੰਤ ਕਰਮਜੀਤ ਸਿੰਘ ਨੇ ਕੀਤਾ ਸੀ, ਉਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਨਾ ਕਰਨ। ਸੰਗਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਕਰਨ ਔਰ ਜੇ ਕੋਈ ਵਿਅਕਤੀਗਤ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਆ ਤੇ ਉਹਨੂੰ ਵਿਅਕਤੀਗਤ ਰੱਖਿਆ ਜਾਵੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੂਰੀ ਤਰ੍ਹਾਂ ਨਾਲ ਸਹਿਯੋਗ ਕੀਤਾ ਜਾਵੇ। तो क्या आप पब्लिक से अपील करना चाहेंगे, जो अभी नए अध्यक्ष नए पदाधिकारी बने हैं और जो इस समिति में के प्रति समर्पित थे? एक्चुअल पिछले दिनों देखा गया कि अफसरशाही इस पे हावी हुई थी कमेटी पर, धार्मिक की बजाय अफसरशाही हावी थी, ब्यूरोक्रेसी। ਰਵਿੰਦਰ ਸਿੰਘ ਧਮੀਜਾ ਜੋ ਤੁਸੀਂ ਇਹ ਪੁੱਛਿਆ ਬਈ ਮੌਜੂਦਾ ਹਰਿਆਣਾ ਕਮੇਟੀ ਕਿਸ ਤਰ੍ਹਾਂ ਚੱਲੇ, ਕਿਸ ਤਰ੍ਹਾਂ ਕੰਮ ਕਰੇ, ਤੁਸੀਂ ਆਪਣੇ ਆਪ ਹੀ ਇਸ ਗੱਲ ਤੋਂ ਵਾਕਫ ਹੋ ਕਿ ਕਿਸ ਤਰ੍ਹਾਂ ਪੁਰਾਣੇ ਪ੍ਰਧਾਨ ਜੀ ਪੱਖਪਾਤ ਨਾਲ ਕੰਮ ਕਰ ਰਹੇ ਸਨ ਔਰ ਉਹਨਾਂ ਦੇ ਪੱਖਪਾਤੀ ਰਵੱਈਏ ਕਰਕੇ ਹੀ ਇਹ ਜੋ ਹੋਇਆ ਹੈ ਤੁਹਾਡੇ ਸਾਹਮਣੇ ਹੈ। ਔਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀ ਕਮੀਆਂ ਉਹ ਛੱਡ ਗਏ ਨੇ, ਵਿਸ਼ੇਸ਼ ਕਰ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਜਿੱਥੇ ਜਿਸ ਘਰ ਚ ਪਾਵਨ ਸਰੂਪ ਦੀ ਮੰਗ ਸੀ, ਜਿਨ੍ਹਾਂ ਗੁਰਦੁਆਰਿਆਂ 'ਚ ਇਹਨਾਂ ਦੀ ਮੰਗ ਸੀ, ਉਹਨਾਂ ਦੀ ਤਫਤੀਸ਼ ਕਰਾ ਕੇ ਤੁਰੰਤ ਉਹਨਾਂ ਨੂੰ ਗੁਰੂ ਮਹਾਰਾਜ ਦੇ ਪਾਵਨ ਸਰੂਪ ਮਿਲਣੇ ਚਾਹੀਦੇ ਨੇ। ਕਿਉਂਕਿ ਇਹ ਹਰਿਆਣਾ ਕਮੇਟੀ ਦਾ ਸਭ ਤੋਂ ਫੋਰਮੋਸਟ ਪਹਿਲਾ ਕੰਮ ਹੀ ਇਹੀ ਹੈ ਕਿ ਧਰਮ ਪ੍ਰਚਾਰ। ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਕਿ ਅਸੀਂ ਦਿੱਲੀ ਤੋਂ ਲਿਆ ਕੇ 100 ਕੁਰਸ਼ੇਤਰ 'ਚ ਰੱਖੇ ਹੈ ਇਸ ਵਾਸਤੇ ਤਾਂ ਕਿ ਵਿਰਾਜਮਾਨ ਨੇ ਉੱਥੇ ਵੀ ਜਿਹੜਾ ਵੀ ਲੋੜ ਹੈ, ਜਿਹਨੂੰ ਵੀ ਲੋੜ ਹੈ ਉਹ ਲਿਖਵਾਉਣ। ਜੀਂਦਵਾੜਾ ਵੀ ਇਸੇ ਹੀ ਕੰਟੀਨਿਊਟੀ 'ਚ ਬਣਾਇਆ ਗਿਆ ਸੀ ਵੀ ਜਿਹੜਾ ਸਾਡਾ ਮੱਧ ਹਰਿਆਣਾ ਹੈ ਜਾਂ ਪੱਛਮੀ ਹਰਿਆਣਾ ਹੈ, ਉਹਨਾਂ ਦੋਨੋਂ ਇਲਾਕਿਆਂ ਨੂੰ ਵੀ ਜੀਂਦ ਤੋਂ ਉੱਥੇ ਹੀ ਆਪਣੀ ਉਹ ਕਾਰਵਾਈ ਪੂਰੀ ਕਰਕੇ ਨੇੜੇ ਹੁੰਦਿਆਂ ਉਹ ਲੈ ਕੇ ਜਾ ਸਕਣ ਮਾਨ ਸਨਮਾਨ ਨਾਲ। ਤੇ ਮੈਂ ਸਮਝਦਾ ਕਿ ਮੌਜੂਦਾ ਕਮੇਟੀ ਨੂੰ ਇਹ ਸਾਰੀ ਕਮੀਆਂ ਪਤਾ ਨੇ ਔਰ ਹੋਰ ਵੀ ਜੋ ਪੱਖਪਾਤੀ ਉਹਨਾਂ ਨੇ ਗੁਰੂ ਘਰਾਂ 'ਚ ਕਾਰਜ ਨਹੀਂ ਹੋਣ ਦਿੱਤੇ, ਉਹ ਸਾਰੇ ਕਾਰਜ ਇਸ ਕਮੇਟੀ ਕੋਲ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਪੂਰੇ ਕਰਨਗੇ। क्या इसमें अफसरशाही हावी है, मतलब ब्यूरोक्रेसी हावी है? जैसे पिछले दिन देखा गया कि धार्मिक संतों के मान सम्मान के बजाय अफसरशाही हावी रही इस पे उस अफसरों ने। ਉਹਦੇ 'ਚ ਤੁਸੀਂ ਇਦਾਂ ਅਫਸਰਸ਼ਾਹੀ ਤਾਂ ਨਹੀਂ ਕਹਿ ਸਕਦੇ, ਅਫਸਰ ਹਾਵੀ ਰਿਹਾ, ਅਫਸਰ ਦੀ ਉਹਦੇ 'ਚ ਦਖਲਅੰਦਾਜ਼ੀ ਸੀ। ਉਸ ਦਖਲਅੰਦਾਜ਼ੀ ਦੀ ਮੈਂ ਸਮਝਦਾ ਕਿ ਜੋ ਮਹੰਤ ਜੀ ਨੂੰ ਹਾਲਾਤ ਹੋਏ ਨੇ ਉਹਦਾ ਜ਼ਿੰਮੇਵਾਰ ਵੀ ਉਹ ਅਫਸਰ ਹੀ ਹੈ ਕਿ ਉਹ ਅਫਸਰ ਹੀ ਉਹਨਾਂ ਨੂੰ ਜਿੱਥੇ ਜਿੱਥੇ ਵੀ ਜੋ ਗਲਤ ਕੰਮ ਸਨ ਉਹਨਾਂ ਵਾਸਤੇ, ਮੈਂ ਪ੍ਰੇਰਨਾ ਤਾਂ ਨਹੀਂ ਕਹਾਂਗਾ, ਦੁਸ਼ਪ੍ਰੇਰਨਾ ਹੀ ਸੀ, ਉਹਨਾਂ ਨੂੰ ਨੈਗੇਟਿਵ ਪ੍ਰੇਰਨਾ ਦਿੰਦਾ ਸੀ। ਔਰ ਉਹਦੇ ਚਾਹੇ ਜਿੰਨੇ ਵੀ ਨੁਕਸਾਨ ਹੋਏ ਨੇ ਉਸ ਅਫਸਰ ਕਰਕੇ ਉਹ ਸਾਰੇ ਹੀ ਸਾਨੂੰ ਨਜ਼ਰ ਆ ਰਹੇ ਨੇ। ਉਹ ਅਫਸਰਸ਼ਾਹੀ ਨਾ ਕਹਿ ਕੇ ਮੈਂ ਕਹਾਂਗਾ ਵੀ ਇੱਕ ਵਿਸ਼ੇਸ਼ ਅਫਸਰ ਦੀ ਦਖਲਅੰਦਾਜ਼ੀ ਔਰ ਮਿਸਗਾਈਡੈਂਸ ਕਰਕੇ ਨੁਕਸਾਨ ਹੋਇਆ। क्या उसको हटाया जाना चाहिए? हटा दिया ਕੀ उसको? ਅਪੀਲ ਕਰੋਗੇ? ਵੋਟਾਂ ਬਣ ਰਹੀਆਂ, ਨਵੇਂ ਲੋਕ ਵੋਟ ਹੀ ਨਹੀਂ ਬਣਾਉਣ ਜਾ ਰਹੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਅਸੀਂ ਹਰਿਆਣਾ ਦੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ ਔਰ ਪੰਜਾਬੀ 'ਚ ਫਾਰਮ ਭਰਨਾ ਹੈ, ਪੰਜਾਬੀ ਵਾਲਾ ਫਾਰਮ ਅਵੇਲੇਬਲ ਹੈ, ਉਹਦੇ 'ਚ ਉਹ ਭਰ ਕੇ ਦੇਣ। ਜਿਨ੍ਹਾਂ ਨੂੰ ਕਿਸੇ ਵੀ ਕਾਰਨ ਪੰਜਾਬੀ ਸਕੂਲਿੰਗ ਨਹੀਂ ਮਿਲ ਸਕੀ, ਸਿੱਖ ਧਰਮ ਨੂੰ ਮੰਨਦੇ ਨੇ ਔਰ ਸਿੱਖੀ 'ਚੋਂ ਰਹਿੰਦੇ ਨੇ ਔਰ ਸਿੱਖੀ ਨੂੰ ਅਪਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚੱਲ ਰਹੇ ਨੇ, ਉਹ ਲੋਕ ਹਿੰਦੀ ਦਾ ਫਾਰਮ ਭਰਨ ਤੋਂ ਵੀ ਨਾ ਸ਼ਰਮਾਉਣ। ਕਿਉਂਕਿ ਧਾਰਮਿਕ ਗੱਲ ਧਾਰਮਿਕ ਹੈ ਔਰ ਭਾਸ਼ਾਵਾਂ ਜਿਹੜੀਆਂ ਨੇ ਉਹ ਸਕੂਲਾਂ 'ਚ ਪੜ੍ਹਾਉਣ ਕਰਕੇ ਨੇ। ਤੇ ਜਿੱਥੇ ਤੱਕ ਇਹਦੇ ਅੰਦਰ ਕੁਝ ਕਮੀਆਂ ਹੁਣੇ ਦੱਸ ਰਹੇ ਸੀ ਵੀ ਉਹਦੇ ਹੈਗੀਆਂ ਨੇ, ਜਾਂ ਉਹਨੂੰ ਵਾਰਡ ਜਾਂ ਉਹਦੇ 'ਚ ਇਲਾਕਾ ਜਾਂ ਵੋਟਰ ਨੰਬਰ ਭਰਨਾ ਪੁਰਾਣਾ, ਉਹ ਮੈਂ ਸਮਝਣਾ ਕਿ ਅਸੀਂ ਹਲਕਾ ਮੈਂਬਰ ਗੁਲਾਬ ਸਿੰਘ ਵਗੈਰਾ ਸਾਰਿਆਂ ਮਿਲ ਕੇ
ਅਸੀਂ ਲੋਕਲ ਜਿਹੜੇ ਐਸਡੀਐਮ ਇਹਦੇ ਇੰਚਾਰਜ ਲੱਗੇ ਨੇ ਇਲੈਕਸ਼ਨ ਦੇ ਉਹਨਾਂ ਨਾਲ ਮਿਲ ਕੇ 1-2 ਵਰਕਸ਼ਾਪ ਇੱਥੇ ਡੇਰਾ ਕਾਰ ਸੇਵਾ ਕਰਾਵਾਂਗੇ ਤਾਂ ਕਿ ਇਲਾਕੇ ਦੇ ਜਿਹੜੇ ਸਾਡੇ ਐਮਸੀ ਨੇ ਜਿਨ੍ਹਾਂ ਕੋਲ ਲੋਕੀ ਜਾ ਕੇ ਪੁੱਛਦੇ ਨੇ ਜਾਂ ਜਿਹੜੇ ਸਾਡੇ ਗੁਰੂ ਘਰ ਹੈਗੇ ਨੇ 25-26 ਇੱਥੇ ਕਰਨਾਲ 'ਚ ਜਿਹੜੇ ਕਾਫੀ ਸੇਵਾ 'ਚ ਅੱਗੇ ਵੱਧ ਕੇ ਸੇਵਾ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਨੁਮਾਇੰਦਿਆਂ ਨੂੰ ਇੱਥੇ ਬੁਲਾ ਕੇ ਸਰਕਾਰੀ ਨੁਮਾਇੰਦਿਆਂ ਨੂੰ ਜਿਹੜੇ ਕਿ ਇਸ ਕੰਮ ਨੂੰ ਦੇਖ ਰਹੇ ਨੇ ਉਹਨਾਂ ਨੂੰ ਇੱਥੇ ਬੁਲਾ ਕੇ ਇੱਕ ਵਰਕਸ਼ਾਪ ਕਰਾਵਾਂਗੇ ਜਿਹਦੇ ਅੰਦਰ ਇਹ ਜਿਸ ਤਰ੍ਹਾਂ ਦੀਆਂ ਕਮੀਆਂ ਤੁਸੀਂ ਦੱਸੇ ਨੇ ਜਿਹੜੇ ਸਵਾਲ ਨੇ ਇਹਨਾਂ ਸਾਰਿਆਂ ਦੇ ਜਵਾਬ ਸੰਗਤਾਂ ਨੂੰ ਉਸ ਮਾਧਿਅਮ ਤੋਂ ਅਸੀਂ ਅਵੇਲੇਬਲ ਕਰਾਵਾਂਗੇ। ਅੱਗੇ ਲਿਆਓ ਕੀ ਕਹਿਣਾ। ਬਲਜੀਤ ਸਿੰਘ ਜੀ ਦਾਦੂਵਾਲ, ਸਾਡੇ ਸਾਬਕਾ ਜਨਰਲ ਸਕੱਤਰ ਗੁਰਿੰਦਰ ਸਿੰਘ ਜੀ ਧਮੀਜਾ, ਸਾਡੇ ਹਲਕੇ ਦੇ ਮੈਂਬਰ ਗੁਲਾਬ ਸਿੰਘ ਜੀ, ਬਾਬਾ ਸੁੱਖਾ ਸਿੰਘ ਜੀ, ਸਾਡੇ ਸਰਪ੍ਰਸਤ ਜਿਹੜੇ ਜਿਨ੍ਹਾਂ ਕਰਕੇ ਅਸੀਂ ਮਾਣ ਮਹਿਸੂਸ ਕਰਨੇ ਹਾਂ ਕਰਨਾਲ ਦੇ ਵਿੱਚ, ਸਾਡੇ ਇੰਦਰਪਾਲ ਸਿੰਘ ਜੀ, ਸਾਰੀ ਸਾਡੀ ਟੀਮ। ਅੱਜ ਇੱਥੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਾਸਤੇ। ਤੇ ਇਹ ਬੜੀ ਦੁਖਦ ਘਟਨਾ ਹੈ ਅਸੀਂ ਸਮਝਦੇ ਹਾਂ। ਇਹਦੇ ਨਾਲ ਨਾਲ ਅਸੀਂ ਪ੍ਰਸ਼ਾਸਨ ਨੂੰ ਇੱਕ ਚੀਜ਼ ਚੇਤਾਵਨੀ ਦਿੰਦੇ ਹਾਂ, ਅਪੀਲ ਵੀ ਕਰਨੇ ਆ ਕਿ ਭਾਵੇਂ ਸਾਡੇ ਰਾਜਨੀਤਿਕ ਤੌਰ ਦੇ ਉੱਤੇ ਧਾਰਮਿਕ ਤੌਰ ਦੇ ਉੱਤੇ ਲਹਿਦੇ ਅਸੀਂ ਵੰਡੇ ਹੋਈਏ, ਰਾਜਨੀਤਿਕ ਤੌਰ ਦੇ ਉੱਤੇ ਲਹਿਦੇ ਤਰੀਕਿਆਂ ਦੇ ਨਾਲ ਦੂਜੀ ਪਾਰਟੀਆਂ ਦੇ ਵਿੱਚ ਲੱਗੇ ਹੋਈਏ, ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਸਲਾ ਹੁੰਦਾ ਹੈ, ਸਾਡੇ ਆਨ ਬਾਨ ਸ਼ਾਨ ਦਾ ਮਸਲਾ ਹੁੰਦਾ ਹੈ, ਤੇ ਸਾਰੇ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਆ, ਆਪਣੀ ਲੜਾਈ ਸਾਰੇ ਇਕੱਠੇ ਹੋ ਕੇ ਲੜਨੇ ਆ। ਇਸ ਕਰਕੇ ਜਿਹੜੀ ਸਾਡੀ ਸੰਗਤ ਨੇ 18 ਤਰੀਕ ਤੱਕ ਦਾ ਟਾਈਮ ਦਿੱਤਾ ਹੈ, ਦੋਸ਼ੀਆਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਕੀਤਾ ਜਾਏ, ਸਖਤ ਤੋਂ ਸਖਤ ਉਹਨਾਂ 'ਤੇ ਕਾਰਵਾਈ ਕੀਤੀ ਜਾਏ। ਸਾਰੇ ਜਿਹੜੀ ਸੰਗਤ ਹੈ, ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨਾਲ ਦੀ ਸੰਗਤ ਦੇ ਨਾਲ ਖੜੀ ਹੈ। ਉਹ ਜੋ ਵੀ ਕਰਨਾਲ ਦੀ ਸੰਗਤ ਫੈਸਲਾ ਲਏਗੀ ਉਹਦੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਨ ਮਨ ਧਨ ਦੇ ਨਾਲ ਉਹਨਾਂ ਦੇ ਨਾਲ ਖੜੀ ਹੋਏ। अभी जो है जांच कराने के आदेश दिए हैं आज, मतलब कई अखबारों में है कि कमेटी खुद जांच करेगी, तो उसमें कोई कमेटी बनाई जांच करेगी, जो संस्था जो किन्ने कमेटी बनाई है? HSGPC का एक बयान जारी हुआ है आज, उसमें क्या है कि एक कमेटी बनाई है जो सारे मामले की जांच करेगी। देखो साडी इस नॉलेज दे विच कुलदीप जी ने प्रेस नोट जारी किया, कुलदीप जी हैं उन्होंने प्रेस नोट जारी किया। ਇਹਦੇ ਬਾਰੇ ਨਹੀਂ ਹੈਗਾ ਗੱਲ। ਇਸ ਤਰ੍ਹਾਂ ਹੈ ਕਿ ਇਹ ਸਾਡੀ ਕੌਮ ਦਾ ਮਸਲਾ ਹੈ, ਸਾਡੀ ਕੌਮ ਫੈਸਲਾ ਲਏਗੀ। ਜੋ ਵੀ ਸਾਡੀ ਸੰਗਤ ਕੌਮ ਫੈਸਲਾ ਲਏਗੀ, ਭਾਵੇਂ ਉਹ ਅੱਜ ਕਿਸਾਨੀ ਦੇ ਨਾਲ ਜੁੜੇ ਨੇ ਸਾਡੇ ਸਿੱਖ ਸੰਸਥਾਵਾਂ, ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਨੇ, ਭਾਵੇਂ ਹਰਿਆਣਾ ਕਮੇਟੀ ਦੇ ਨਾਲ ਜੁੜੇ ਨੇ, ਭਾਵੇਂ ਕੋਈ ਬੀਜੇਪੀ ਦੇ ਨਾਲ ਸਾਡੇ ਸਿੱਖ ਜੁੜੇ ਨੇ, ਭਾਵੇਂ ਕਾਂਗਰਸ ਦੇ ਨਾਲ ਜੁੜੇ ਨੇ, ਉਹ ਅਲੱਗ-ਅਲੱਗ ਹੋ ਸਕਦੇ ਨੇ, ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਸਲੇ ਦੇ ਵਿੱਚ ਸਾਰੇ ਅਸੀਂ ਇੱਕ ਹਾਂ। ਬਿਲਕੁਲ ਸਪਸ਼ਟ ਤੌਰ ਦੇ ਉੱਤੇ ਕਹਿ ਦਈਏ ਤੇ ਜੋ ਸਾਡੀ ਕਰਨਾਲ ਦੀ ਸੰਗਤ ਫੈਸਲਾ ਲਏਗੀ ਉਹਨਾਂ ਦਾ ਫੈਸਲਾ ਸਿਰ ਮੱਥੇ ਹੋਏਗਾ। ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਬਿਲਕੁਲ ਇਹਦੇ ਉੱਤੇ ਸਾਨੂੰ ਇਨਸਾਫ ਚਾਹੀਦਾ ਤੇ 18 ਤਰੀਕ ਤੱਕ ਦਾ ਜਿਹੜਾ ਅਲਟੀਮੇਟਮ ਸਾਡੀ ਸੰਗਤ ਨੇ ਦਿੱਤਾ ਹੈ, 18 ਤਰੀਕ ਤੱਕ ਜਿਹੜੇ ਦੋਸ਼ੀ ਨੇ ਉਹ ਹਵਾਲਾਤ ਦੇ ਵਿੱਚ ਸਾਨੂੰ ਚਾਹੀਦੇ ਨੇ। नहीं, क्या इसके लिए कमेटी बनाई जाएगी, कोऑर्डिनेशन कमेटी, इस सारे मूवमेंट को चलाने के लिए? 18 ਤੋਂ ਬਾਅਦ ਆਪਾਂ ਇਹਦੇ ਬਾਰੇ ਫੈਸਲਾ ਕਰਾਂਗੇ। ਜੋ ਵੀ ਅਗਰ ਕੋਈ ਪ੍ਰਸ਼ਾਸਨ ਨੇ ਅਗਰ ਕੋਈ ਕਾਰਵਾਈ ਨਾ ਕੀਤੀ ਤੇ ਬਿਲਕੁਲ ਉਹਦੇ ਉੱਤੇ ਵੀ ਸੋਚਿਆ ਜਾਏਗਾ। इंद्रपाल जी आप कुछ कहेंगे इस मामले में? गुलाब सिंह जी आप कुछ कहें? ਇੱਥੇ ਆ ਜਾ, ਕੋਈ ਗੱਲ ਨਹੀਂ, ਇੱਥੇ ਕਹਿ ਦੇਣਾ। ਇੱਥੇ ਆ ਜਾ ਨਾ, ਉੱਚਾ ਸਥਾਨ ਹੈ ਤੇਰਾ। ਮਾਈਕ ਦਿਓ ਜੀ ਇੱਥੇ ਆ, ਇੱਧਰ ਆ ਬੈਗ ਦੇ ਆ ਲੋਕ ਮੈਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਡੇਰਾ ਕਾਰ ਸੇਵਾ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਜੋ ਸੱਦੀ ਗਈ ਹੈ, ਔਰ ਜਿਹਦੇ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ ਜੀ, ਗੁਰਵਿੰਦਰ ਸਿੰਘ ਧਮੀਜਾ ਜੀ, ਮੇਰਾ ਵੱਡਾ ਵੀਰ ਕਵਲਜੀਤ ਅਜਰਾਣਾ ਜੀ, ਬੇਦੀ ਸਾਹਿਬ, ਇੰਦਰਪਾਲ ਜੀ, ਗਿੱਲ ਜੀ, ਸਾਰੇ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਨੂੰ ਪਹੁੰਚਣ ਤੇ ਅਸੀਂ ਸਵਾਗਤ ਕਰਨੇ ਹਾਂ। ਕਿਉਂਕਿ ਜਿਵੇਂ ਐਂ ਕਰਕੇ ਜਦੋਂ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਹੋਇਆ ਤੇ ਅਜਰਾਣਾ ਸਾਹਿਬ ਆਸਟ੍ਰੇਲੀਆ ਸਨ, ਬਾਬਾ ਜੀ ਵੀ ਉਦੋਂ ਬਾਹਰ ਸਨ, ਤੇ ਬਾਬਾ ਸੁੱਖਾ ਸਿੰਘ ਜੀ ਇੱਕ ਪਹਿਲੇ ਦਿਨ ਇੱਥੇ ਸਨ, ਪਰ ਇਹਨਾਂ ਨੂੰ ਕਿਧਰੇ ਜਾਣਾ ਪਿਆ ਅਗਲੇ ਦਿਨ ਨਹੀਂ ਸਨ। ਪਰ ਜਿਵੇਂ ਕਿ ਸਾਰੀ ਤੁਹਾਨੂੰ ਪਤਾ ਪੱਤਰਕਾਰਾਂ ਨੂੰ ਕਿ ਜੋ ਸੋਕਦਾਸ ਮਹੰਤ ਬਾਬਾ, ਜੋ ਇੱਕ ਪਖੰਡੀ ਬਾਬਾ ਕਹਾਂਗਾ ਮੈਂ, ਉਹਨੇ ਜੋ ਵੀ ਕੀਤਾ ਹੈ ਉਹ ਬੜਾ ਮੰਦਭਾਗੀ ਕੰਮ ਕੀਤਾ ਹੈ, ਜਿਹਦੇ ਵਾਸਤੇ ਸਾਰੀ ਸਿੱਖ ਕੌਮ 'ਚ, ਜਿਵੇਂ ਅਜਰਾਣਾ ਸਾਹਿਬ ਨੇ ਦੱਸਿਆ, ਚਾਹੇ ਅਸੀਂ ਆਪਣੇ ਆਪਣੇ
ਵੱਖਰੇ ਪਾਰਟੀਆਂ 'ਚ ਵੱਖਰੀ ਅਸੀਂ ਦਿਸਦੇ ਹੋਈਏ, ਪਰ ਗੁਰੂ ਗ੍ਰੰਥ ਸਾਹਿਬ ਵਾਸਤੇ ਅਸੀਂ ਸਾਰੇ ਭਰਾ ਇੱਕ ਹਾਂ ਔਰ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਹਾਂ। ਜਿਵੇਂ ਬਾਬਾ ਗੁਰਮੀਤ ਸਿੰਘ ਦੀ ਅਗਵਾਈ 'ਚ, ਬਾਬਾ ਸੁੱਖਾ ਸਿੰਘ ਦੀ ਅਗਵਾਈ 'ਚ ਜਿਵੇਂ ਸੰਗਤਾਂ ਨੇ ਜੋ ਉਸ ਦਿਨ ਫੈਸਲਾ ਲਿਆ, ਉਹਦੇ ਤੇ ਜੇ 18 ਤਰੀਕ ਤੱਕ ਪ੍ਰਸ਼ਾਸਨ ਗ੍ਰਿਫਤਾਰੀ ਕਰਦਾ ਹੈ ਠੀਕ ਹੈ, ਨਹੀਂ ਤੇ ਇਹਦੇ ਤੇ ਵੱਡਾ ਫੈਸਲਾ ਲਿਆ ਜਾਏਗਾ। ਸਾਰੀ ਸੰਗਤਾਂ ਦਾ ਫਿਰ ਕੱਟ ਕੇ ਕਰਕੇ ਜੋ ਵੀ ਸੰਗਤਾਂ ਫੈਸਲਾ ਲੈਣਗੀਆਂ ਉਹਦੇ ਸਾਰਿਆਂ ਵਾਸਤੇ ਸਰਮਾਨਿਆ ਹੋਏਗਾ। ਉਹ ਹਰਿਆਣਾ ਪੰਜਾਬ ਜਿੱਥੇ ਜਿੱਥੇ ਸਿੱਖ ਵਸਦਾ ਹੈ ਉਹਨਾਂ ਵਾਸਤੇ ਮਾਨਿਆ ਹੋਏਗਾ। ਕੋਈ ਵੀ ਉਹਦੇ ਤੇ ਕੰਪਰਮਾਈਜ਼ ਨਹੀਂ, ਨਾ ਕੋਈ ਉਹਦੇ ਤੇ ਕੋਈ ਕਮੇਟੀ ਬਣਾਈ, ਨਾ ਸਾਡੇ ਕੋਈ ਸੰਗਿਆਨ 'ਚ, ਸਿਰਫ ਅਸੀਂ ਉਹਦੇ ਤੇ ਕਾਰਵਾਈ ਚਾਹੁੰਦੇ ਹਾਂ ਔਰ ਕਾਰਵਾਈ ਉਹ ਕਰੇ। ਹਾਂ ਠੀਕ ਹੈ, ਜੇ ਕੋਈ ਧਾਰਮਿਕ ਕਾਰਵਾਈ ਅਕਾਲ ਤਖਤ ਸਾਹਿਬ ਕਰਨਾ ਚਾਹੁੰਦੇ ਨੇ ਉਹ ਸਰਮਾਨਿਆਂ ਨੇ ਅਕਾਲ ਤਖਤ ਕਰ ਕੱਲ ਤੱਕ ਕੋਈ ਰਿਪੋਰਟ ਭੇਜੀ ਗਈ ਰਿਪੋਰਟ ਸਾਡੇ ਵੱਲੋਂ ਤੇ ਕੋਈ ਰਿਪੋਰਟ ਅਜੇ ਤੱਕ ਨਹੀਂ ਗਈ, ਪਰ ਕੋਈ ਉਧਰੋਂ ਕਮੇਟੀ ਵੱਲੋਂ ਗਈ ਹੋਵੇ ਤੇ ਉਹਦਾ ਮੈਨੂੰ ਪਤਾ